ਅੰਮ੍ਰਿਤਸਰ ਦੀ ਪ੍ਰਮੁੱਖ ਐਨਜੀਓ ਵਾਇਸ ਆਫ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਨੂੰ ਜਨਤਾ ਦੇ ਰੂਬਰੂ ਹੋਣ ਦਾ ਇੱਕ ਵੱਡਾ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵਾਇਸ ਆਫ ਅੰਮ੍ਰਿਤਸਰ ਦੀ ਇਸ ਕੋਸ਼ਿਸ਼ ਨਾਲ ਲੋਕਤੰਤਰ ਦਾ ਇੱਕ ਵੱਡਾ ਮਕਸਦ ਪੂਰਾ ਹੋ ਰਿਹਾ ਹੈ। ਇੱਕ ਤਾਂ ਉਮੀਦਵਾਰ ਦੀ ਗੱਲ ਜਿੱਥੇ ਲੋਕਾਂ ਤੱਕ ਪਹੁੰਚਦੀ ਏ, ਉੱਥੇ ਲੋਕਾਂ ਨੂੰ ਆਪਣੇ ਉਮੀਦਵਾਰ ਤੋਂ ਸਵਾਲ ਪੁੱਛਣ ਅਤੇ ਉਸ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਇਸ ਮੰਚ ਲੋਕਰਾਜ ਟੀਵੀ ਨੇ ਗੱਲਬਾਤ ਕੀਤੀ ਵਾਇਸ ਆਫ ਅੰਮ੍ਰਿਤਸਰ ਦੇ ਅਹੁਦੇਦਾਰਾਂ ਨਾਲ, ਜਿਹੜੇ ਕਿ ਲੋਕਤੰਤਰ ਦੀ ਨਿਸਵਾਰਥ ਵੱਡੀ ਸੇਵਾ ਕਰ ਰਹੇ ਨੇ, ਕਿਉਂਕਿ ਜਿੱਥੇ ਅਜੋਕੇ ਸਮੇਂ 'ਚ ਬਹੁ ਗਿਣਤੀ ਮੀਡੀਆ ਕਮਰਸ਼ੀਅਲ ਹੋ ਚੁੱਕਿਆ ਹੈ, ਉੱਥੇ ਵਾਇਸ ਆਫ ਅੰਮ੍ਰਿਤਸਰ ਬਿਨਾਂ ਕਿਸੇ ਚਾਰਜ ਤੋਂ ਇਹ ਸੇਵਾ ਨਿਭਾ ਰਿਹਾ ਹੈ। ਮੈਂ ਨੀਤਾ ਮਹਿਰਾ ਐਮ ਪ੍ਰੈਜ਼ੀਡੈਂਟ ਆਫ ਵਾਇਸ ਆਫ ਅੰਮ੍ਰਿਤਸਰ। ਮੈਮ, ਤੁਹਾਡੇ ਕਿੰਨੇ ਮੈਂਬਰਸ ਨੇ ਔਰ ਕਿੰਨਿਆਂ ਨੂੰ ਤੁਸੀਂ ਜਿਹੜਾ ਕੈਂਡੀਡੇਟ ਹੈ ਕਿੰਨਿਆਂ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਹਾਜ਼ਰ ਕਰਦੇ ਹੋ ਔਰ ਉਹਨਾਂ ਦੇ ਫਿਰ ਜਿਹੜੇ ਸਵਾਲਾਤ ਪੁੱਛੇ ਜਾਂਦੇ ਨੇ ਸਾਡੇ ਪੇਜ ਤੇ 1 ਲੱਖ ਪਲੱਸ ਮੈਂਬਰਸ ਹੈ, ਬਟ ਇਸ ਵਿੱਚ ਵਿਊਅਰਸ਼ਿਪ ਕਿੰਨੀ ਹੁੰਦੀ ਹੈ ਇਸ ਪਲੇਟਫਾਰਮ ਤੇ ਆਈ ਥਿੰਕ ਹੋਰ ਕਿਸੇ ਪਲੇਟਫਾਰਮ ਤੇ ਇਹੋ ਜਿਹੀ ਵਿਜ਼ਿਬਿਲਿਟੀ ਨਹੀਂ ਹੈ। ਸੋ ਦੈਟ ਇਜ਼ ਵਾਈ ਲਾਈਵ ਜਾਣ ਦਾ ਮਕਸਦ ਇਹੀ ਹੁੰਦਾ ਹੈ ਕਿ ਮੈਕਸਿਮਮ ਲੋਕ ਜਿਹੜਾ ਕੈਂਡੀਡੇਟ ਹੈ ਉਹਦੀ ਗੱਲ ਸੁਣ ਸਕਣ, ਉਹਦਾ ਵਿਜ਼ਨ ਦੇਖ ਸਕਣ ਔਰ ਫਿਰ ਡਿਸਾਈਡ ਕਰ ਸਕਣ ਕਿ ਅਸੀਂ ਕਿਸ ਪਾਸੇ ਜਾਣਾ ਹੈ। ਅਨਦਰ ਥਿੰਗ ਆਈ ਫੀਲ ਇਜ਼ ਕਿ ਇੰਨੇ ਵੱਡੇ ਪਲੇਟਫਾਰਮ ਦੇ ਵਿੱਚ ਅਗਰ ਜਦੋਂ ਕੈਂਡੀਡੇਟ ਬੋਲਦਾ ਆਪਣਾ ਵਿਜ਼ਨ ਤੇ ਵੀ ਆਰ ਅ ਪ੍ਰੈਸ਼ਰ ਗਰੁੱਪ ਆਲਸੋ, ਸੋ ਥੋੜੀ ਜਿਹੀ ਉਹਨੂੰ ਅਕਾਊਂਟੇਬਿਲਿਟੀ ਦੀ ਟੈਨਸ਼ਨ ਹੁੰਦੀ ਹੈ ਕਿ ਇਸ ਪਲੇਟਫਾਰਮ ਤੇ ਆ ਕੇ ਮੈਂ ਇਹ ਚੀਜ਼ ਬੋਲ ਕੇ ਗਿਆ ਹਾਂ, ਇਹ ਮੈਂਬਰਾਂ ਕੋਲ ਇਹ ਚੀਜ਼ ਹੈਗੀ ਹੈ, ਕੱਲ ਨੂੰ ਸਾਨੂੰ ਪੁੱਛ ਸਕਦੇ ਆ ਤੁਸੀਂ ਤੇ ਇਹ ਕਿਹਾ ਸੀ, ਤੁਸੀਂ ਉਹ ਕੀਤਾ। You know, that is a big thing. That is what we are aiming at, कि whatever they say, they deliver. ਠੀਕ ਹੈ, ਤੁਸੀਂ ਸਮਝਦੇ ਹੋ ਕਿ ਇੱਕ ਤਰ੍ਹਾਂ ਦੀ ਵਰਚੁਅਲ ਰੈਲੀ ਤੁਸੀਂ ਕਰਦੇ ਹੋ। Yeah, you can call it that. ਤੇ ਤੁਸੀਂ ਸਮਝਦੇ ਹੋ ਕਿ ਇਸੇ ਢੰਗ ਨਾਲ ਜੇ ਕੱਲ ਨੂੰ VOTING ਵੀ ਸ਼ੁਰੂ ਹੋ ਜਾਂਦੀ ਹੈ, ਮਤਲਬ ਆਨਲਾਈਨ ਪੋਲਿੰਗ ਹੋਏ ਜਾਂ ਕੁਝ ਇਸ ਤਰ੍ਹਾਂ ਦਾ, ਸਰਕਾਰ ਦਾ ਵੀ ਬੜਾ ਖਰਚਾ ਬਚ ਸਕਦਾ ਹਰ ਤਰੀਕੇ ਨਾਲ। Definitely, it's a very good medium. It's a very good medium ਕਿ ਇਸ ਤਰ੍ਹਾਂ ਹੋ ਸਕੇ ਔਰ ਆਈ ਥਿੰਕ ਉਹਦੇ ਨਾਲ ਜਿਹੜਾ ਕਹਿੰਦੇ ਆ ਨਾ ਪੋਲਿੰਗ ਦੇ ਵਿੱਚ ਚੀਟਿੰਗ ਜਿਹੜੀ ਹੁੰਦੀ ਹੈ ਉਹ ਵੀ ਕਾਫੀ ਮਿਨੀਮਾਈਜ਼ ਕੀਤੀ ਜਾ ਸਕਦੀ, ਖਰਚਾ ਬਹੁਤ ਬਚ ਸਕਦਾ ਹੈ। ਅਸੀਨੂ ਜੀ, ਤੁਸੀਂ ਇੰਟਰਵਿਊਜ਼ ਕੰਡਕਟ ਕਰ ਰਹੇ ਹੋ ਜਿਹੜੇ ਕੈਂਡੀਡੇਟਸ ਆ, ਮਕਸਦ ਕੀ ਹੈ ਇਸ ਦਾ? राजेश जी, मकसद है वह कि किसी भी इलैक्शन के अंदर एक जोड़ा कमिटेड वोटर होंदा है, जोड़ा कि किसी पार्टी के नाल हमेशा ही जुड़िया रहिंदा, वो 20-30% ही होंदा। 50-60% वोटर ऐसा होंदा है जोड़ा स्विंगिंग वोटर होंदा है, जोड़ा अपना ओपीनियन बनांदा वै फ्रॉम न्यूज़, फ्रॉम सोशल मीडिया, फ्रॉम ऑल अदर फैक्टर्स। और साडा मकसद यह है कि असी उन्होंने क्लैरिटी ऑफ माइंड दईए, ਜਿਹੜੀ ਵੀ ਕੌਂਸਟੀਚੁਐਂਸੀ ਪਕੜੀਏ ਉਸਦੇ ਸਾਰੇ ਹੀ ਕੈਂਡੀਡੇਟਸ ਨੂੰ ਇਨਵਾਈਟ ਕਰੀਏ, ਸਾਰਿਆਂ ਦੇ ਪਰਸਪੈਕਟਿਵ ਸੁਣੀਏ, ਤਾਂ ਕਿ ਜਿਹੜਾ ਵੀ ਵੋਟਰ ਹੈ ਉਹ ਉਸ ਨੂੰ ਸਾਰੇ ਓਪੀਨੀਅਨ ਮਿਲਣ। ਕਿਉਂਕਿ ਕਈ ਵਾਰ ਕੀ ਹੁੰਦਾ, ਤੁਸੀਂ ਇੱਕ ਓਪੀਨੀਅਨ ਸੁਣਦੇ ਹੋ ਤੇ ਆਪਣਾ ਵੋਟ ਜਾਂ ਆਪਣਾ ਮਾਈਂਡ ਉਸ ਓਪੀਨੀਅਨ ਦੇ ਉੱਤੇ ਬਣਾ ਲੈਂਦੇ ਹੋ, ਬਾਅਦ ਅੰਦਰ ਰਿਗਰੈਟ ਕਰਦੇ ਹੋ। ਸੋ ਸਾਡਾ ਇਹ ਬਿਲਕੁਲ ਨਿਊਟਰਲ ਉਪਰਾਲਾ ਹੈ ਕਿ ਬਿਲਕੁਲ ਕਲੈਰਿਟੀ ਆਫ ਮਾਈਂਡ ਅਸੀਂ ਆਪਣੇ ਵੋਟਰ ਨੂੰ ਦਈਏ, ਉਹ ਸਾਰਿਆਂ ਦਾ ਪਰਸਪੈਕਟਿਵ ਸੁਣੇ, ਫਿਰ ਉਹ ਆਪਣਾ ਮਾਈਂਡ ਬਣਾਏ ਔਰ ਆਪਣਾ ਮਾਈਂਡ ਬਣਾ ਕੇ ਆਪਣਾ ਵੋਟ ਦੇਵੇ, ਔਰ ਇਹ ਵੋਟ ਜ਼ਰੂਰ ਜਾ ਕੇ ਦੇਵੇ। ਇਹ ਵੀ ਸਾਡਾ ਇੱਕ ਆਬਜੈਕਟਿਵ ਹੈ ਕਿ ਵੋਟਿੰਗ ਦੀ ਪਰਸੈਂਟੇਜ ਨੂੰ ਵੀ ਵਧਾਇਆ ਜਾਵੇ। ਤੁਹਾਡੇ ਕੋਈ ਨੋਰਮਸ ਵੀ ਇਹਦੇ ਬਾਰੇ ਜਾਂ ਕੋਈ ਰੂਲਸ ਰੈਗੂਲੇਸ਼ਨ, ਜੇ ਕੋਈ ਕੈਂਡੀਡੇਟ ਆਂਦਾ ਉਸਨੂੰ ਕਿਸ ਲਿਮਿਟ ਤੱਕ ਬੋਲਣਾ, ਕੀ ਜਿਹੜਾ ਵਾ ਕਿਸ ਤਰ੍ਹਾਂ ਮਰਿਆਦਾ? ਸਾਡੀ ਕੋਸ਼ਿਸ਼ ਤੇ ਇਹੀ ਹੁੰਦੀ ਹੈ ਕਿ ਕੋਈ ਪਰਸਨਲ ਅਟੈਕਸ ਨਾ ਕੀਤੇ ਜਾਣ ਇੱਕ ਦੂਸਰੇ ਦੇ ਉੱਤੇ। ਇਸ਼ੂਜ਼ ਜਿਹੜੇ ਨੇ, ਕਿਉਂਕਿ ਅੰਮ੍ਰਿਤਸਰ ਦੀ ਬੈਟਰਮੈਂਟ ਦੇ ਲਈ ਅਸੀਂ ਹਮੇਸ਼ਾ ਕਮਿਟਡ ਆ। VOA ਦੇ ਥੱਲੇ ਅਸੀਂ ਜਦੋਂ ਵੀ ਆਪਣਾ ਲੋਗੋ ਲਗਾਉਂਦੇ ਹਾਂ, ਅਸੀਂ ਲਿਖਦੇ ਹਾਂ ਜੀ ਕਮਿਟਡ ਟੂ ਅ ਬੈਟਰ ਅੰਮ੍ਰਿਤਸਰ। ਸੋ ਇਹ ਲੋਕਾਂ ਨੂੰ ਜਦੋਂ ਅਸੀਂ ਚੁਣ ਕੇ ਭੇਜਦੇ ਹਾਂ, ਆਖਿਰ ਇਹਨਾਂ ਨੇ ਹੀ ਸਰਕਾਰ ਚਲਾਉਣੀ ਹੈ, ਆਖਿਰ ਇਹਨਾਂ ਨੇ ਹੀ ਐਡਮਿਨਿਸਟ੍ਰੇਸ਼ਨ ਚਲਾਉਣੀ ਹੈ, ਤੇ ਕੋਈ ਵੀ ਸ਼ਹਿਰ, ਕੋਈ ਵੀ ਸਟੇਟ ਪੋਲੀਟਿਕਸ ਤੋਂ ਬਿਨਾਂ ਜਾਂ ਗਵਰਨਮੈਂਟ ਤੋਂ ਬਿਨਾਂ, ਐਡਮਿਨਿਸਟ੍ਰੇਸ਼ਨ ਤੋਂ ਬਿਨਾਂ ਤੇ ਚੱਲ ਨਹੀਂ ਸਕਦਾ। ਕੱਲ੍ਹ ਨੂੰ ਅਸੀਂ ਇਹਨਾਂ ਦੀ ਹੀ ਸਹਾਇਤਾ ਦੇ ਨਾਲ ਅੱਗੇ ਕੋਈ ਡਿਵੈਲਪਮੈਂਟ ਵਰਕ ਕਰਨਾ ਵਾ। ਸੋ ਸਾਡੀ ਮਰਿਆਦਾ ਦਾ ਇਹੀ ਹੁੰਦਾ ਹੈ ਕਿ ਪਰਸਨਲ ਮਡ ਸਲਿੰਗਿੰਗ ਨਾ ਕੀਤੀ ਜਾਏ, ਇਸ਼ੂਜ਼ ਬੇਸਡ ਰੱਖਿਆ ਜਾਏ ਉਸਨੂੰ। ਡਿਵੈਲਪਮੈਂਟ ਵਿਜ਼ਨ ਕੀ ਹੈ, ਪਾਸਟ ਹਿਸਟਰੀ ਕੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਅਸੀਂ ਆਪਣੇ ਵੋਟਰਸ ਦੇ ਸਾਹਮਣੇ, ਆਪਣੇ ਮੈਂਬਰਸ ਦੇ ਸਾਹਮਣੇ ਲੈ ਕੇ ਆਏ।
ਮੇਰਾ ਨਾਮ ਸੀਏ ਮਨਦੀਪ ਸਿੰਘ ਹੈ ਜੀ ਤੇ ਮੈਂ ਵੀਓਏ ਦਾ ਐਗਜ਼ੈਕਟਿਵ ਮੈਂਬਰ ਹਾਂ। ਮਨਦੀਪ ਜੀ, ਇਹ ਦੱਸੋ ਕਿ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਵਰਚੁਅਲੀ ਜ਼ਿਆਦਾ ਐਡਰੈਸ ਕਰੋ ਤੁਸੀਂ, ਕਿ ਤੁਸੀਂ ਉਸ ਪਰਪਸ ਨੂੰ ਸੋਲਵ ਕਰ ਰਹੇ ਹੋ ਆਪਣੇ ਪਲੇਟਫਾਰਮ ਦੇ ਥਰੂ। ਬਿਲਕੁਲ ਜੀ, ਜਿਸ ਤਰ੍ਹਾਂ ਸਰਕਾਰ ਨੇ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਲਾਈਆਂ ਨੇ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਸਾਲਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਿਹੜੀ ਕੰਪੇਨਿੰਗਸ ਹੁੰਦੀਆਂ ਸੀ ਜਾਂ ਰੈਲੀਜ਼ ਹੁੰਦੀਆਂ ਸੀ ਉਹ ਤੇ ਕਰੋੜਾਂ ਰੁਪਏ ਖਰਚੇ ਜਾਂਦੇ ਸੀ। ਉਸ ਚੀਜ਼ ਦਾ ਜਿਹੜਾ ਤੁਸੀਂ ਕਹਿ ਲਓ ਕਿ ਸਰਕਾਰੀ ਪੈਸੇ ਦਾ ਬਚਾਅ ਵੀ ਹੋ ਰਿਹਾ ਵਾ ਤੇ ਲੋਕਾਂ ਦੇ ਨਾਲ ਕੈਂਡੀਡੇਟ ਨੇ ਜਿਹੜੇ ਉਹ ਇਨ ਟੱਚ ਵੀ ਹੋ ਰਹੇ ਨੇ, ਆਪਣੇ ਮੁੱਦੇ ਵੀ ਰੱਖ ਰਹੇ ਨੇ ਤੇ 1 to 1 ਇੰਟਰੈਕਸ਼ਨ ਵੀ ਪੋਸੀਬਲ ਹੋ ਗਿਆ ਕਿਉਂਕਿ ਉਹ ਆਨਲਾਈਨ ਹਰ ਚੀਜ਼ ਹੁੰਦੀ ਹੈ, ਹਰ ਬੰਦਾ ਹਰ ਇੱਕ ਦੇ ਸਵਾਲ ਨੂੰ ਸੁਣ ਲੈਂਦਾ, ਪੜ੍ਹ ਲੈਂਦਾ ਤੇ ਉਹਦੇ ਮੁਤਾਬਿਕ ਜਵਾਬ ਵੀ ਦੇ ਦਿੰਦਾ। ਜਦ ਕਿ ਰੈਲੀਆਂ 'ਚ ਇਹ ਚੀਜ਼ ਪੋਸੀਬਲ ਨਹੀਂ ਸੀ ਹੈਗੀ। ਰੈਲੀਆਂ ਦੇ ਵਿੱਚ 1 ਵੇ ਕਮਿਊਨੀਕੇਸ਼ਨ ਹੁੰਦੀ ਸੀ, ਜੋ ਲੀਡਰ ਆਇਆ ਉਹ ਬੋਲ ਕੇ ਚਲਾ ਗਿਆ, ਉਹਨੂੰ ਕੋਈ ਸਵਾਲ ਜਵਾਬ ਨਹੀਂ ਸੀ ਪੁੱਛੇ ਜਾਂਦੇ। ਇਹ ਬਹੁਤ ਵਧੀਆ ਮਾਧਿਅਮ ਹੈਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗਗਨਦੀਪ ਸਿੰਘ ਪਾਹਵਾ ਔਰ ਮੈਂ ਵੌਇਸ ਆਫ ਅੰਮ੍ਰਿਤਸਰ ਐਗਜ਼ੈਕਟਿਵ ਮੈਂਬਰ ਹਾਂ ਜੀ। ਅੱਛਾ, ਇਹ ਦੱਸੋ ਜੀ ਕਿ ਤੁਸੀਂ ਜਿਹੜੀਆਂ ਕੰਡਕਟ ਕਰ ਰਹੇ ਨੇ ਵਰਚੁਅਲ ਰੈਲੀ, ਮੈਨੂੰ ਹੁਣ ਵਰਚੁਅਲ ਰੈਲੀ ਕਹਾਂਗਾ, ਤੁਸੀਂ ਕੰਡਕਟ ਕਰ ਰਹੇ ਹੋ, ਇਹਦਾ ਕੀ ਬੈਨੀਫਿਟ ਤੁਸੀਂ ਦੇਖਦੇ ਹੋ? ਸਰ ਬੈਨੀਫਿਟ ਇਹੀ ਹੈ ਜੀ, ਦੇਖੋ ਜਿਹੜੇ ਕੈਂਡੀਡੇਟਸ ਨੇ ਜਿਹੜੇ ਵੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਦਾ ਲੋਕਾਂ ਤੱਕ ਜਿਹੜੀ ਅਪਰੋਚ ਹੈ ਆਪਣੇ ਲੈਵਲ ਤੇ ਤਾਂ ਜੋ ਕਰ ਰਹੇ ਨੇ, ਲੇਕਿਨ ਬਹੁਤ ਇਹੋ ਜਿਹੇ ਸਾਰੇ ਲੋਕ ਨੇ ਜਿਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੇ ਜਾਂ ਜਿਹੜੇ ਲੋਕ ਅਵੇਅਰ ਨਹੀਂ ਹੈਗੇ, ਸੋਸ਼ਲ ਮੀਡੀਆ ਤੱਕ ਲਿਮਿਟਡ ਨੇ, ਮੋਬਾਈਲ ਸਾਰਿਆਂ ਦੇ ਹੱਥ 'ਚ ਹੈਗਾ, ਸਭ ਮੋਬਾਈਲ ਨਾਲ ਜੁੜੇ ਹੋਏ ਨੇ ਕਈ ਤਾਂ ਉਹਨਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚਣਾ ਜਿਹੜਾ ਵਾ ਉਹ ਬਹੁਤ ਵੱਡਾ ਬੈਨੀਫਿਟ ਹੈ। ਇੱਕ ਈਜ਼ੀ ਅਪਰੋਚ ਬਹੁਤ ਈਜ਼ੀ ਹੋ ਰਹੀ ਹੈ। ਤੁਹਾਨੂੰ ਲੱਗਦਾ ਜੀ ਕਿ ਇੱਕ ਤਰ੍ਹਾਂ ਨਾਲ ਤੁਸੀਂ ਮੋਬਿਲਾਈਜ਼ ਵੀ ਕਰ ਰਹੇ ਹੋ ਕਿ ਵੋਟ ਪਾਉਣ ਆਉਣ? ਡੈਫੀਨਿਟਲੀ ਤੁਸੀਂ ਜਾਗਰੂਕਤਾ ਵੀ ਦੇ ਰਹੇ ਹੋ, ਮੁੱਦਿਆਂ ਬਾਰੇ ਜਾਣੂ ਕਰਵਾ ਰਹੇ ਹੋ ਇੱਕ ਕੈਂਡੀਡੇਟ ਦੇ। ਡੈਫੀਨਿਟਲੀ ਜੀ, ਜਦੋਂ ਇਹੋ ਜਿਹੇ ਪਲੇਟਫਾਰਮਸ ਤੇ ਲੋਕ ਨਾਲ ਜੁੜਦੇ ਨੇ, ਸਾਡੇ ਨਾਲ ਆਲਰੇਡੀ ਵੌਇਸ ਆਫ ਅੰਮ੍ਰਿਤਸਰ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ, ਤਾਂ ਇੱਕ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਇਹੋ ਜਿਹੇ ਕੈਂਡੀਡੇਟਸ ਇਲੈਕਸ਼ਨ ਲੜ ਰਹੇ ਨੇ, ਅਸੀਂ ਵੋਟ ਪਾਉਣ ਜਾਈਏ। ਕੈਂਡੀਡੇਟਸ ਦੇ ਵਿਚਾਰ ਸੁਣ ਕੇ ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਹੈ। ਪਲੱਸ ਵੀਓਏ ਦਾ ਪਲੇਟਫਾਰਮ ਮਿਲ ਜਾਏ, ਇਸ ਪਲੇਟਫਾਰਮ ਨਾਲੋਂ ਵੱਡਾ ਕੋਈ ਪਲੇਟਫਾਰਮ ਮੈਨੂੰ ਨਹੀਂ ਲੱਗਦਾ ਅੰਮ੍ਰਿਤਸਰ ਵਿੱਚ ਕੋਈ ਹੈਗਾ। ਸੋ ਇਹ ਬਹੁਤ ਇੱਕ ਬੜੀ ਐਸੈਟ ਹੈ ਅੰਮ੍ਰਿਤਸਰ ਲਈ, ਵੌਇਸ ਆਫ ਅੰਮ੍ਰਿਤਸਰ। ਸਰ ਮੇਰਾ ਨਾਮ ਰਾਜਵਿੰਦਰ ਪਾਲ ਹੈ ਐਂਡ ਮੈਂ ਵੌਇਸ ਆਫ ਅੰਮ੍ਰਿਤਸਰ ਦਾ ਇੱਕ ਐਗਜ਼ੀਕਿਊਟਿਵ ਮੈਂਬਰ। ਤੁਸੀਂ ਜਿਹੜਾ ਲੋਕਾਂ ਤੱਕ ਇੱਕ ਲੀਡਰ ਦੀ ਆਵਾਜ਼ ਪਹੁੰਚਾ ਰਹੇ ਹੋ ਇੰਨੀ ਵੱਡੀ ਗਿਣਤੀ ਦੇ ਵਿੱਚ, ਤੁਸੀਂ ਮੀਡੀਆ ਦੇਖਦੇ ਹੋ ਸਾਰਾ ਜੀ, ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਔਰ ਇਸ ਦੇ ਬਾਰੇ ਕਿਵੇਂ ਤੁਸੀਂ ਅਰੇਂਜ ਕਰਦੇ ਹੋ ਸਾਰਾ? ਸਰ ਦੇਖੋ, ਮੀਡੀਆ ਅੱਜ ਕੱਲ੍ਹ ਇੱਕ ਸਭ ਤੋਂ ਬੈਟਰ ਮੀਡੀਅਮ ਹੈ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦਾ। ਮੇਨ ਮੋਟਿਵ ਵੌਇਸ ਆਫ ਅੰਮ੍ਰਿਤਸਰ ਦਾ ਇਹੋ ਹੀ ਹੈ ਕਿ ਇੱਕ ਟਰੂ ਕੈਂਡੀਡੇਟ ਜੋ ਸੋਸ਼ਲ ਇਸ਼ੂਜ਼ ਜਿਹੜੇ ਲੋਕਾਂ ਦੇ ਐਕਚੁਅਲ ਬੇਸਿਕ ਨੀਡਸ ਨੇ, ਜਦੋਂ ਉਹਨਾਂ ਨੂੰ ਸਾਹਮਣੇ ਰੱਖੇਗਾ, ਅਸੀਂ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਹਾਂ ਸਾਰੇ ਲੋਕਾਂ ਦੇ ਸਾਹਮਣੇ ਕਿ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਹੈ ਉਹ ਆਪਣੀ ਵੋਟਿੰਗ ਜਿਹੜੀ ਹੈ ਕਰਨ। ਐਂਡ ਯੂਥ ਦਾ ਜਿਹੜਾ ਫਿਊਚਰ ਹੈ ਕਾਫੀ ਕੁਝ ਇਹਨਾਂ ਦੇ ਉੱਪਰ ਡਿਪੈਂਡ ਕਰਦਾ। ਮੋਸਟਲੀ ਜਿਹੜੀ ਵੋਟਿੰਗ ਹੈ ਉਹ ਕੁਝ ਹੱਥਾਂ 'ਚ ਲਿਮਿਟ ਰਹਿ ਗਈ ਹੈ, ਸਾਰੇ ਵੋਟ ਪਾਉਣ ਨਹੀਂ ਆਉਂਦੇ। ਲੇਕਿਨ ਜੇ ਇੱਕ ਐਜੂਕੇਟਿਡ ਪਰਸਨ ਅੱਗੇ ਆ ਕੇ ਵੋਟ ਨਹੀਂ ਪਾਉਣਗੇ, ਉਹ ਇੱਕ ਸੋਚ ਕੇ ਬੈਠੇ ਰਹਿਣਗੇ ਕਿ ਇਹ ਸਾਰਾ ਕੁਝ ਚਿੱਕੜ ਹੈ ਜਾਂ ਕੁਝ ਹੈ, ਤਾਂ ਇਹਦੇ ਨਾਲ ਮਸਲੇ ਹੱਲ ਨਹੀਂ ਹੋਣਗੇ। ਸਾਨੂੰ ਹਰ ਇੱਕ ਨੂੰ ਵੋਟ ਦੇਣੀ ਹੀ ਪਏਗੀ ਅੱਗੇ ਆ ਕੇ ਐਂਡ ਆਪਣੇ ਫਿਊਚਰ ਸਾਨੂੰ ਆਪ ਸੈੱਟ ਕਰਨਾ ਪਏਗਾ। ਬਾਕੀ ਰਹੀ ਗੱਲ ਡਿਜੀਟਲ ਮੀਡੀਆ ਦੀ, ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਾਫੀ ਦੇਰ ਪ੍ਰੋਫੈਸਰ ਰਹਿ ਚੁੱਕਾ ਨਾਨਕ ਦੇਵ ਯੂਨੀਵਰਸਿਟੀ। ਸੋ ਇਹ ਮੇਰਾ ਫੀਲਡ ਹੈ ਤੇ ਇਹਦੇ ਥਰੂ ਜੇ ਮੈਂ ਲੋਕਾਂ ਤੱਕ ਆਵਾਜ਼ ਪਹੁੰਚਾ ਸਕਦਾ ਵੌਇਸ ਆਫ ਅੰਮ੍ਰਿਤਸਰ ਦੀ, ਤੇ ਦੈਟ ਇਜ਼ ਬੈਟਰ। ਮੈਂ ਗੌਰਵ ਅਰੋੜਾ ਜੀ, ਵੀਓਏ ਐਗਜ਼ੈਕਟਿਵ ਮੈਂਬਰ ਹਾਂ ਮੈਂ ਕੋਰ ਟੀਮ ਦੇ ਵਿੱਚ। ਕੋਰ ਟੀਮ 'ਚ ਤੁਹਾਡਾ ਜਿਹੜਾ ਐਫਰਟ ਹੈ ਜਿਹੜਾ ਤੁਸੀਂ ਕਰ ਰਹੇ ਹੋ, ਕੈਂਡੀਡੇਟਸ ਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ, ਕੀ ਕਹਿਣਾ ਤੁਹਾਡਾ ਇਸ ਬਾਰੇ ਔਰ ਕਿੱਦਾਂ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚ ਸਕਦਾ? ਸਰ ਜਿਸ ਤਰ੍ਹਾਂ ਕੋਵਿਡ ਟਾਈਮ ਚੱਲ ਰਿਹਾ ਹੈ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੇ, ਜ਼ਿਆਦਾ ਵੱਡੀ ਰੈਲੀ ਨਹੀਂ ਕਰ ਸਕਦੇ ਜਿੰਨੇ ਕੈਂਡੀਡੇਟਸ ਨੇ, ਬਹੁਤ ਜ਼ਿਆਦਾ ਲੋਕਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਛੋਟੇ ਮੀਟਿੰਗਸ ਦੇ ਜ਼ਰੀਏ। ਆਪਾਂ ਇੱਕ ਉਹਨਾਂ ਨੂੰ ਮੀਟਿੰਗ ਰੂਮ ਦੇ ਦਿੱਤਾ ਇੱਕ ਤਰੀਕੇ ਦਾ। ਇਸ ਵੇਲੇ ਆਪਾਂ ਹੁਣ ਸਟਾਰਟ ਕੀਤਾ ਹੈ ਸਭ ਤੋਂ ਪਹਿਲੇ ਨਾਰਥ ਕਨਸਟੀਚੁਐਂਸੀਜ਼ ਦੇ ਕੈਂਡੀਡੇਟਸ ਨਾਲ। ਹਰ ਕੈਂਡੀਡੇਟ ਨੂੰ ਆਪਾਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ। ਪਹਿਲੇ ਆਪਾਂ ਉਹਨਾਂ ਨੂੰ ਕੁਝ ਇੱਕ ਇੰਟੀਮੇਟ ਕਰ ਦਿੰਦੇ ਹਾਂ, ਜਿਹੜੇ ਸਾਡੇ ਪੇਜ ਦੇ ਉੱਤੇ ਕਰੀਬ 1 ਲੱਖ ਤੋਂ ਉੱਪਰ ਮੈਂਬਰਸ ਨੇ, ਜਿਹੜੇ ਸਾਡੇ ਵਿਊਅਰਸ ਨੇ, ਉਹਨਾਂ ਲੋਕਾਂ ਨੂੰ ਇੰਟੀਮੇਟ ਕਰਕੇ ਆਪਾਂ ਉਹਨਾਂ ਕੋਲੋਂ ਪਹਿਲੇ ਕੁਝ ਸਵਾਲ ਲੈ ਲੈਂਦੇ ਹਾਂ ਜਿਹੜੇ ਕਿ ਬੜੇ ਕਾਮਨ ਸਵਾਲ ਹੁੰਦੇ ਆ ਔਰ ਜਿਹੜੇ ਇੰਪੋਰਟੈਂਟ ਸਵਾਲ ਹੁੰਦੇ ਆ, ਉਹ ਆਪਾਂ ਫਿਰ ਉਹ ਕੈਂਡੀਡੇਟਸ ਦੇ ਸਾਹਮਣੇ ਰੱਖਣੇ ਆ। ਉਹਦੇ ਨਾਲ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਨੇ ਉਹ ਇਨਡਾਇਰੈਕਟਲੀ ਸਹੀ, ਲੇਕਿਨ ਉਹ ਆਪਣੇ ਕੈਂਡੀਡੇਟਸ ਨੂੰ ਪੁੱਛ ਪਾਉਂਦੇ ਨੇ
ਔਰ ਕੈਂਡੀਡੇਟਸ ਲਈ ਬਹੁਤ ਅੱਛਾ ਇੱਕ ਮੌਕਾ ਹੈ ਕਿ ਉਹ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਨੇ, ਆਪਣੇ ਵੋਟਰਸ ਤੱਕ ਪਹੁੰਚਾਉਂਦੇ ਨੇ। ਐਸੇ ਤਰੀਕੇ ਨਾਲ ਉਹਨਾਂ ਨੂੰ ਮੌਕਾ ਮਿਲਦਾ ਹੈ ਆਪਣੇ ਜਿਹੜੇ ਲੋਕਾਂ ਦੇ ਵਿਚਾਰ ਨੇ ਉਹ ਕਲੀਅਰ ਕਰਨ ਦਾ, ਉਹਨਾਂ ਤੱਕ ਆਪਣੇ ਪਹੁੰਚਾਉਣ ਦਾ, ਔਰ ਲੋਕਾਂ ਨੂੰ ਕਲੈਰਿਟੀ ਆਏਗੀ ਕਿ ਆਪਾਂ ਚੁਣ ਕੇ ਵੋਟ ਕਿਹਨੂੰ ਪਾਣਾ ਹੈ। राखी वर्मानी, ऑर्गेनाइजिंग सेक्रेटरी ऑफ वॉइस ऑफ अमृतसर। राखी जी, क्या कहेंगे आप एक तरह की जो वर्चुअल रैली आप कर रहे हो उसमें लोग जो है वो पार्टिसिपेट जो कर रहे हैं, कितने % लोग अभी पार्टिसिपेट कर रहे हैं, क्योंकि आपका नंबर बहुत ज़्यादा है जो फॉलोअर हैं? वेल यस, मुझे लगता है बहुत लोग फॉलो कर रहे हैं, बट आई वुड लाइक टू से वन थिंग फॉर सी आई एम नॉट अगेंस्ट एनीबडी हु इज़ डूइंग wrong or whatever. I am not against people who are working really well. बहुत NGOs हैं जो आगे आते हैं. I would like to say that first, that सब काम करते हैं, but I believe and our entire team believes that groundwork is important and that's what we've been doing. बात आई कि बहुत लोग हमारे साथ attached हैं, VOA के साथ बहुत like in lakhs we have amazing followers on Facebook. I think like a lot of people mentioned this that हमारे यहाँ पर बहुत लोग फॉलो करते हैं लोगों को, टीवी से देखते हैं कि किसको वोट करना चाहिए और किसको नहीं करना चाहिए। आई थिंक VOA हैज़ फॉर्म्ड दैट प्लेटफॉर्म वेयर we've given them all the options. हम अपना बेस्ट दे रहे हैं so that everybody, आम जनता जिसे आप कहते हैं, वो चूज़ कर सके कि वो किसको वोट देना चाहती है with no benefits to us. Genuinely, that's all I would like to say. जो लोग अभी भी नहीं जुड़े इस बात को लेकर कि कैंडिडेट आता है उसको बैठ के सुने, उनके लिए आप क्या मैसेज देना चाहेंगे? A very small message. First of all, you gotta follow VOA, yes, and please do that. And of course, please make yourself aware. Follow us. वोट देना ज़रूरी है. Lot of people don't vote. That's what I believe. बहुत लोग बहुत परेशान हैं यार, ये इंसान ठीक नहीं था, ये वाली पार्टी अच्छी नहीं थी, ऐसा था वैसा था. But I think it's your right. Everybody needs to vote. For them, I think all of you should come out and vote and follow whatever you want to do. Decide what is right and wrong and vote. That's it. ਮੇਰਾ ਨਾਮ ਮੋਹਿਤ ਖੰਨਾ, ਆਈ ਐਮ ਐਗਜ਼ੀਕਟਿਵ ਮੈਂਬਰ VOA। ਤੁਸੀਂ ਬੜਾ ਐਕਟਿਵਲੀ ਪਾਰਟਿਸਿਪੇਟ ਕਰਦੇ ਹੋ ਇਸ ਦੇ ਵਿੱਚ ਜਦੋਂ ਕੈਂਡੀਡੇਟਸ ਆਉਂਦੇ ਨੇ, ਹਨਾ, ਤੇ ਇੱਕ ਜ਼ਿੰਮੇਵਾਰੀ ਬਹੁਤ ਹੈ ਇਸ ਕੰਮ ਦੇ ਵਿੱਚ ਕਿ ਤੁਸੀਂ ਉਹ ਕੈਂਡੀਡੇਟਸ ਜਿਹੜਾ ਇੱਕ ਜਿਨ੍ਹਾਂ ਨੇ ਮਤਲਬ ਇੱਕ ਸਾਡਾ ਸਾਰਾ ਪੋਲੀਟੀਕਲ ਸਿਨੈਰੀਓ ਬਣ ਜਾਣਾ, ਉਹਨਾਂ ਨੇ ਗਵਰਨਮੈਂਟ ਫਾਰਮ ਕਰਨੀ ਹੈ ਬਾਅਦ ਚੋਂ, ਹਨਾ, ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਨਾ ਬੜੀ ਜ਼ਿੰਮੇਵਾਰੀ ਦਾ ਕੰਮ ਹੈ। ਕੀ ਸਮਝਦੇ ਹੋ ਤੁਸੀਂ? सर VOA ने ये प्रथा कह लीजिए इलेक्शंस 2017 से स्टार्ट किया था, इंटरव्यू लेने का जो हमने ये किया, तब से करते करते आज 2022 के अंदर वी हैड अ प्लान ऑफ डूइंग इट, बट वी वर इंसिस्टेड बाय आवर पेज मेंबर्स कि आप सब पार्टिसिपेंट्स को बुलाइए और इंटरव्यू कीजिए। व्हेन वी स्टार्टेड ऑफ दिस ईयर, कुंवर विजय प्रताप जी से स्टार्ट किया, लोगों का ऐसा रिस्पांस आया कि जो एक तो वोट करने के लिए किसी को बूस्ट करना है हमने, विच इज़ द मोस्ट इम्पॉर्टेंट थिंग। कोई अच्छा है बुरा है, यू शुड वोट, द फर्स्ट थिंग इज़ दैट। आज हम एक कॉन्स्टिट्यूंसी से स्टार्ट हुए हैं, वी हैव इन लाइन ऑल द कंटेस्टेंट्स हु आर पार्टिसिपेटिंग इन दीज इलेक्शंस। सो हमारी VOA का एक ही मुद्दा रहा है कि जो भी हमारे इस प्लेटफॉर्म पे आके ये बोल रहे हैं, MLA, ex-MLA और पार्टिसिपेंट्स जो बोल रहे हैं, अगर वो नहीं करते, वी आर गोइंग टू क्वेश्चन देम, एंड बीइंग a page of more than 1 lakh members, they have to answer back. मैं डॉक्टर राकेश शर्मा बाई प्रोफैशन सर्जन हाँ, बट वॉइस ऑफ ਅੰਮ੍ਰਿਤਸਰ ਦਾ ਪਲੇਟਫਾਰਮ ਹੈ ਇਹ ਕੁਝ ਸਾਲ ਪਹਿਲੇ ਤਿਆਰ ਕੀਤਾ ਗਿਆ ਸੀ। ਲੋਕਾਂ ਨੂੰ ਉਹਨਾਂ ਦੀਆਂ ਜੋ ਖਾਹਿਸ਼ਾਤ ਹੈਗੀਆਂ ਨੇ ਜਾਂ ਜੋ ਉਹਨਾਂ ਦੀਆਂ ਚੋਇਸਿਸ ਨੇ ਰਿਗਾਰਡਿੰਗ देयर ਪੋਲੀਟੀਕਲ ਐਸਪੀਰੇਸ਼ਨਸ, ਉਹਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਉਹਨਾਂ ਨੂੰ ਡਿਸਕਸ ਕਰਕੇ ਉਹਨਾਂ ਦਾ ਅੱਗੋਂ ਉਹਨਾਂ ਦਾ ਸੋਲੂਸ਼ਨ ਕੱਢ ਕੇ ਜਾਂ ਉਹਨਾਂ ਨੂੰ ਅੱਗੇ ਅਮਲੀ ਜਮਾ ਪਹਿਨਾਉਣ ਵਾਸਤੇ ਕਿ ਉਹਨੂੰ ਕਿਸ ਤਰ੍ਹਾਂ ਅਸੀਂ ਇੱਕ ਪਾਵਰ ਦੇ ਵਿੱਚ ਮਟੀਰੀਅਲਾਈਜ਼ ਕਰ ਸਕਦੇ ਹਾਂ। ਮੇਰੇ ਖਿਆਲ ਅਸੀਂ ਉਹ ਪਲੇਟਫਾਰਮ ਤਿਆਰ ਕਰਨ ਵਿੱਚ ਉਹ ਸਾਡਾ ਇੱਕ ਰੋਲ ਸੀ ਸ਼ੁਰੂ ਦੇ ਵਿੱਚ, ਔਰ ਅੱਜ ਸਾਡਾ ਪਲੇਟਫਾਰਮ ਤੁਹਾਨੂੰ ਪਤਾ ਹੀ 1 ਲੱਖ ਤੋਂ ਉੱਪਰ ਸਟਰੋਂਗ ਹੈ ਜੀ। ਜਿਹੜਾ ਤੁਸੀਂ ਕੈਂਡੀਡੇਟਸ ਦਾ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕੀਤਾ, ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ?
ਰਜੇਸ਼ ਜੀ ਮੇਰੀ ਜਿਹੜੀ ਇੱਕ ਗੱਲ ਮੈਂ ਮੇਰੇ ਤਕਰੀਬਨ ਸਾਰੇ ਜਿੱਥੇ ਸਾਡੇ ਐਗਜ਼ੈਕਟਿਵ ਸੀਗੇ ਉਹਨਾਂ ਨੇ ਬੜਾ ਅੱਛਾ ਤੁਹਾਨੂੰ ਸਾਰਾ ਹਰ ਚੀਜ਼ ਬਾਰੇ ਕਵਰ ਕਰ ਦਿੱਤਾ। ਜਿਹੜਾ ਇੱਕ NGO ਦਾ ਰੋਲ ਹੁੰਦਾ ਹੈ ਉਹ ਇੱਕ ਤਾਂ ਗਰਾਊਂਡ ਵਰਕ ਅਸੀਂ ਕਰਦੇ ਹਾਂ ਉਹਦੇ ਹੈ ਹੀ ਹੈ। ਇੱਕ NGO ਦਾ ਰੋਲ ਇਹ ਵੀ ਹੈ ਕਿ ਲੋਕਾਂ ਨੂੰ ਵੀ ਅਵੇਅਰ ਕਰਨਾ, ਲੋਕਾਂ ਦੀ ਪਾਰਟਿਸਿਪੇਸ਼ਨ ਵੀ ਕਰਵਾਉਣਾ। ਅਸੀਂ ਲੋਕ ਕੀ ਕਰਦੇ ਹਾਂ ਕਿ ਆਪਣੀ ਹਰ ਤਵੱਕੋ ਜਿਹੜੀ ਹੈ ਉਹ ਅਸੀਂ ਆਪਣੀ ਐਡਮਿਨਿਸਟ੍ਰੇਸ਼ਨ ਕੋਲੋਂ ਜਾਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਕੋਲੋਂ ਰੱਖਦੇ ਹਾਂ ਕਿ ਇਹ ਸਾਡੇ ਨਾਲ ਸਰਕਾਰ ਇਹ ਨਹੀਂ ਕਰਦੀ ਸਾਡੇ ਵਾਸਤੇ, ਜਾਂ ਸਾਡੇ DC ਸਾਹਿਬ ਇਹ ਨਹੀਂ ਕਰਦੇ, ਜਾਂ ਸਾਡੇ MP ਸਾਹਿਬ ਇਹ ਨਹੀਂ ਕਰਦੇ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਲੋਕ ਖੁਦ ਆਪਣੇ ਮੁਲਕ ਵਾਸਤੇ, ਆਪਣੇ ਸ਼ਹਿਰ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਅਸੀਂ ਕੀ ਕਰਦੇ ਹਾਂ। ਸਾਡੀ ਜਿਹੜੀ ਇੱਕ NGO ਹੈ ਜਾਂ ਆਰਗੇਨਾਈਜੇਸ਼ਨ ਹੈ ਉਹਦਾ ਇਹ ਰੋਲ ਹੈ ਕਿ ਅਸੀਂ ਜ਼ਿੰਮੇਵਾਰੀ ਜਿੰਨੀ ਅਸੀਂ ਇੱਕ ਐਡਮਿਨਿਸਟ੍ਰੇਸ਼ਨ 'ਤੇ ਫਿਕਸ ਕਰਦੇ ਹਾਂ ਉਨੀ ਜ਼ਿੰਮੇਵਾਰੀ ਅਸੀਂ ਲੋਕਾਂ 'ਤੇ ਵੀ ਫਿਕਸ ਕਰੀਏ। ਉਹਦਾ ਇੱਕ ਹੀ ਤਰੀਕਾ ਹੈ ਔਰ ਉਹ ਹੈ ਡਾਇਲੋਗ। ਔਰ ਜਿਹੜਾ ਡਾਇਲੋਗ ਹੈ ਉਹੀ ਇੱਕ ਪਲੇਟਫਾਰਮ ਹੈ ਜਿਹੜਾ ਫੇਸਬੁੱਕ 'ਤੇ ਅਸੀਂ ਕ੍ਰੀਏਟ ਕੀਤਾ ਸੀਗਾ, ਜਿੱਥੇ ਕੋਈ ਵੀ ਬੰਦਾ ਜੋ ਗਲਤ ਜਾਂ ਠੀਕ ਕਰਦਾ ਹੈ ਉਹ ਪਤਾ ਲੱਗੇ ਕਿ ਕੌਣ ਠੀਕ ਹੈ, ਕਿਉਂਕਿ ਉਸੇ ਵੇਲੇ ਹੀ ਬੰਦੇ ਦਾ ਪਤਾ ਚੱਲ ਜਾਂਦਾ ਕੋਈ ਲਾਈਕਸ ਆਉਂਦੇ ਆ, ਡਿਸਲਾਈਕਸ ਆਉਂਦੇ ਆ, ਜਾਂ ਉਹਨੂੰ ਐਡਵਰਸ ਕਮੈਂਟਸ ਮਿਲਣੇ ਸ਼ੁਰੂ ਹੋ ਜਾਂਦੇ। ਇਹ ਬੜਾ ਇੱਕ ਜ਼ਰੂਰੀ ਐਲੀਮੈਂਟ ਸੀਗਾ ਜਿਹੜਾ ਕਿ ਅਸੀਂ ਅੰਮ੍ਰਿਤਸਰ ਦੀ ਪੋਲੀਟਿਕਸ, ਸਿਆਸਤ 'ਚ ਕਹਿ ਲਓ ਤੇ ਸੋਸ਼ਲ ਲਾਈਫ ਵਿੱਚ ਕਹਿ ਲਓ, ਇਹ ਦੋਨਾਂ ਵਿੱਚ ਲਿਆਂਦਾ ਹੈ। ਲੋਕ ਅਟੈਚ ਹੋਏ ਨੇ, ਐਗਰੀਡ। ਇਹ 'ਚ ਬਿਲਕੁਲ ਬਹੁਤ ਅੱਛੀ ਸਾਨੂੰ ਹੁੰਗਾਰਾ ਮਿਲਿਆ ਇਸ ਚੀਜ਼ ਦਾ। ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾਓ ਕਿ ਇਸ ਵਕਤ ਜਿੰਨੇ ਵੀ ਸਾਡੇ ਕੰਟੈਸਟਿੰਗ ਕੈਂਡੀਡੇਟਸ ਨੇ ਉਹ ਇਸ ਵੇਲੇ ਆਲਮੋਸਟ ਕਿਊਡ ਅਪ ਨੇ VOA ਦੇ ਪਲੇਟਫਾਰਮ ਦੇ ਉੱਪਰ ਲਾਈਵ ਆਉਣ ਵਾਸਤੇ, ਕਿਉਂਕਿ ਉਹਨਾਂ ਕੋਲ ਇਸ ਵੇਲੇ ਹੋਰ ਕੋਈ ਸੋਰਸ ਨਹੀਂ ਹੈ ਲੋਕਾਂ ਤੱਕ ਜਾਣ ਦਾ। ਔਰ ਉਹ ਵਰਚੁਅਲ ਰੈਲੀ, ਜਿਸ ਤਰ੍ਹਾਂ ਤੁਸੀਂ ਬਾਰ-ਬਾਰ ਇੱਕ ਕੁਐਸਚਨ ਪੁੱਛ ਰਹੇ ਸੀ, ਔਰ ਵਰਚੁਅਲ ਰੈਲੀਜ਼ ਨਹੀਂ ਹੈ, ਇਟਸ ਨਾਟ ਅ ਵਰਚੁਅਲ ਰੈਲੀ, ਇਟ ਇਜ਼ ਜਸਟ ਅ ਪਲੇਟਫਾਰਮ ਫॉर ਐਕਸਪ੍ਰੈਸਿੰਗ ਯੋਰ ਇੰਟੈਂਟ ਕਿ ਜਿਹੜੇ ਨੇਤਾ ਨੁਮਾਇੰਦੇ ਜਾਂ ਜਿਹੜੇ ਕੈਂਡੀਡੇਟਸ ਨੇ ਉਹ ਕੀ ਕਹਿਣਾ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ। ਦੂਜਾ, ਸਾਡੇ ਜਿਹੜੇ ਲੋਕ ਜਿਹੜੇ ਮੈਂਬਰਸ ਨੇ ਉਹਨਾਂ ਨੇ ਪੇਜ ਉੱਪਰ ਕੁਐਸਚਨਸ ਪਾਉਂਦੇ ਨੇ ਔਰ ਉਹ ਕੁਐਸਚਨਸ ਦਾ ਉਸੇ ਵੇਲੇ ਲਾਈਵ ਆਨਸਰਸ ਮਿਲਦਾ ਉਹਨਾਂ ਨੂੰ ਕਿ ਉਹ ਉਹਨਾਂ ਦੀ ਕੀ ਤੋਕੁਆਤ ਹੈ। ਸੋ ਦੋਨਾਂ ਦਾ ਮਿਸ਼ਰਣ ਜਿਹੜਾ ਹੈ ਉਹ ਸਾਡਾ VOA ਦਾ ਪਲੇਟਫਾਰਮ ਹੈ। ਅੱਛਾ, ਇੱਕ ਮੈਂ ਕਿਉਂਕਿ ਸਿੰਸ ਤੁਸੀਂ ਮਤਲਬ ਫਾਊਂਡਰ ਪ੍ਰੈਜ਼ੀਡੈਂਟ ਹੋ, ਇਸ ਕਰਕੇ ਮੈਂ ਸਿਰਫ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਅੱਜ ਦਾ ਜਿਹੜਾ ਮੀਡੀਆ ਵਾ ਉਹ ਮੀਡੀਆ ਕਮਰਸ਼ੀਅਲ ਬਹੁਤ ਹੋ ਚੁੱਕਾ, ਬਹੁਤ ਜ਼ਿਆਦਾ ਕਮਰਸ਼ੀਅਲ ਹੈ। ਕਿ ਆ ਜਿਹੜੇ ਲੀਡਰਸ ਵੀ ਹੈ ਇਹਨਾਂ ਦੀਆਂ ਖਾਸ ਤੌਰ 'ਤੇ ਇਲੈਕਸ਼ਨਸ ਦੇ ਦਿਨਾਂ ਦੇ ਵਿੱਚ ਹਰ ਚੀਜ਼ ਪੇਡ ਹੁੰਦੀ ਹੈ, ਅਖਬਾਰ 'ਤੇ ਛਪਦੀ ਹੋ ਸੈਂਟੀਮੀਟਰ ਦੇ ਹਿਸਾਬ ਨਾਲ ਇਹ ਹੈ ਵਾ। ਤੁਸੀਂ ਕੁਝ ਚਾਰਜ ਕਰ ਰਹੇ ਹੋ ਜਾਂ ਤੁਸੀਂ ਫ੍ਰੀ ਆਫ ਕਾਸਟ ਜਿਹੜਾ ਉਹਨਾਂ ਨੂੰ ਲੈ ਕੇ ਆ ਰਹੇ ਹੋ? ਬਹੁਤ ਅੱਛਾ ਸਵਾਲ ਹੈ, ਦਿਲ ਨੂੰ ਲੱਗਾ ਕਿ ਮੇਰਾ ਖਿਆਲ ਹੈ ਇਹ ਇੱਕ ਮਾਣ ਨਾਲ ਮੈਂ ਅੱਜ ਕਹਿ ਦਿੰਦਾ ਕਿ VOA ਦਾ ਪਲੇਟਫਾਰਮ ਇੱਕ ਵਾਹਿਦ ਪਲੇਟਫਾਰਮ ਹੈ ਜਿਹੜਾ ਆਪਣੇ ਜੇਬੋਂ ਪੈਸੇ ਖਰਚ ਕੇ ਇਹੋ ਜਿਹੀ ਕੋਈ ਚੀਜ਼ ਆਰਗੇਨਾਈਜ਼ ਜ਼ਰੂਰ ਕਰੇਗਾ। ਅਸੀਂ ਕੋਈ ਐਕਸਪੈਕਟੇਸ਼ਨ ਨਹੀਂ ਰੱਖਦੇ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ, ਕਿਸੇ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ। ਸਾਡਾ ਐਕਸਪੈਕਟੇਸ਼ਨ ਸਿਰਫ ਇਹ ਹੈ ਕਿ ਜੇ ਅਸੀਂ ਸਰਕਾਰ ਕੋਲੋਂ ਕੋਈ ਚੀਜ਼ ਐਕਸਪੈਕਟ ਕਰਦੇ ਹਾਂ ਕਿ ਉਹ ਕਰੇ ਅੱਛੀ ਤਰ੍ਹਾਂ, ਤੇ ਅਸੀਂ ਲੋਕਾਂ ਨੂੰ ਵੀ ਤਿਆਰ ਕਰੀਏ ਕਿ ਉਹ ਵੀ ਆਪਣਾ ਹਿੱਸੇਦਾਰੀ ਜ਼ਰੂਰ ਪਾਉਣ ਆਪਣੇ ਮੁਆਸ਼ਰੇ ਨੂੰ ਉੱਪਰ ਚੱਕਣ ਵਾਸਤੇ। ਸਾਨੂੰ ਕੋਈ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਨਾ ਹੀ ਤੁਸੀਂ ਸਾਡੇ ਪੇਜ 'ਤੇ ਨੋਟ ਕਰਿਓ ਕਦੀ ਵੀ ਕੋਈ ਐਡਵਰਟਾਈਜ਼ਿੰਗ ਪੋਸਟ ਸਾਡੇ ਪੇਜ 'ਤੇ ਨਹੀਂ ਆਉਂਦੀ। ਅਸੀਂ ਤਾਂ ਕੋਸ਼ਿਸ਼ ਵੀ ਕਰੀਏ, ਸਾਡੇ CA ਸਾਹਿਬ ਨਹੀਂ ਆਉਣ ਦਿੰਦੇ, ਕਿਉਂਕਿ ਅਸੀਂ ਬਹੁਤ ਸਟ੍ਰਿਕਟ ਹੈਗੇ ਹਾਂ ਇਸ ਮਾਮਲੇ ਬਾਰੇ ਕਿ ਸਾਡੀ ਜਿੰਨੀ ਵੀ ਫੰਡ ਜਨਰੇਸ਼ਨ ਹੈ ਉਹ ਸਾਡੀ ਆਪਣੇ ਐਗਜ਼ੈਕਟਿਵਸ ਕਰਦੇ ਨੇ, ਜਾਂ ਸਾਡਾ ਕੋਈ ਮੁੱਦਾ ਹੈ ਜਿਸ ਤਰ੍ਹਾਂ ਕੋਈ ਕਿਸੇ ਨੂੰ ਜ਼ਰੂਰਤ ਹੈ, ਕਿਸੇ ਦੀ ਛੱਤ ਡਿੱਗ ਗਈ ਹੈ ਬਰਸਾਤ ਕਾਰਨ, ਉਸ ਵੇਲੇ ਅਸੀਂ ਇੱਕ ਇਸ਼ੂ ਪਲੇਟਫਾਰਮ 'ਤੇ ਪਾ ਦਿੰਦੇ ਹਾਂ। ਸੋ ਇੱਕ ਜਿਹੜਾ ਮੁੱਦਾ ਓਰੀਐਂਟਡ ਕਈ ਵਾਰੀ ਅਸੀਂ ਆਪਣਾ ਫੰਡ ਰੇਜ਼ਰ ਪਾਉਂਦੇ ਹਾਂ ਪੇਜ ਦੇ ਉੱਪਰ ਔਰ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ। ਸਾਡੀ ਉਹੀ ਇੱਕ ਇਨਕਮ ਹੈ ਗਰੁੱਪ ਦੀ। ਅਸੀਂ ਤੁਹਾਡੇ ਜਿਹੜੇ ਫਾਲੋਅਰ ਉਹਨਾਂ ਵਾਸਤੇ ਹੋਰ ਕਲੈਰਿਟੀ ਲੈ ਆਉਂਦੇ ਹਾਂ। ਤੁਸੀਂ ਕਿ ਐਡਵਰਟਾਈਜ਼ਮੈਂਟ ਕੋਈ ਨਹੀਂ ਹੈ, ਨਹੀਂ ਹੁੰਦੀ, ਨਹੀਂ ਨਜ਼ਰ ਆਉਂਦੀ, ਕਿ ਜਿਹੜੇ ਲੀਡਰਸ ਨੇ ਉਹ ਕੋਈ ਤੁਹਾਨੂੰ ਕੋਈ ਪੇ ਕਰਦੇ ਨੇ ਜਾਂ ਤੁਸੀਂ ਉਸ ਤਰ੍ਹਾਂ ਹੀ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਦੇ? ਮੇਰਾ ਖਿਆਲ ਹੈ ਜੇ ਮੈਂ ਤੇ ਆਪਣੇ ਮੂੰਹੋਂ ਕਹਾਂਗਾ ਕਿ ਨਹੀਂ ਕਰਦੇ ਤਾਂ ਤੁਸੀਂ ਮੰਨਣਾ ਨਹੀਂ। ਮੇਰੇ ਖਿਆਲ ਹੈ ਲੀਡਰਸ ਨੂੰ ਪੁੱਛ ਲਓ ਜਾਂ ਸਭ ਨੂੰ ਪੁੱਛਣਾ ਚਾਹੀਦਾ ਤੁਹਾਨੂੰ ਕਿ VOA ਦੇ ਪਲੇਟਫਾਰਮ ਦੇ ਉੱਪਰ ਮੈਂ ਅੱਜ ਵੀ ਫਿਰ ਮੈਂ ਚੈਲੰਜ ਕਰਦਾ ਸਾਰਿਆਂ ਨੂੰ ਕਿ VOA ਦੇ ਪਲੇਟਫਾਰਮ ਦੇ ਉੱਪਰ ਕੋਈ ਇੱਕ ਲੀਡਰ ਇੱਕ ਵੀ ਕਹਿ ਦੇਵੇ ਕਿ ਕਦੀ ਵੀ ਸਾਡੇ VOA ਦੇ ਉੱਪਰ ਉਹਨਾਂ ਨੇ ਕੋਈ ਡਾਇਰੈਕਟਲੀ VOA ਦੀ ਐਕਟੀਵਿਟੀ ਵਾਸਤੇ ਕੋਈ ਸਪੋਰਟ ਜਾਂ ਹੈਲਪ ਜਾਂ ਅਸੀਂ ਮੰਗੀ ਹੋਵੇ ਜਾਂ ਉਹਨਾਂ ਨੇ ਕੀਤੀ ਹੋਵੇ। ਹਾਂ, ਜੇ ਅਸੀਂ ਕੋਈ ਜਿਸ ਤਰ੍ਹਾਂ ਮੈਂ ਦੱਸਿਆ ਕੋਈ ਕਿਸੇ ਦੀ ਕੋਈ ਅਸੀਂ ਨੀਡ ਬੇਸਡ ਫੰਡ ਰੇਜ਼ਰ ਕਰਦੇ ਆ ਜਾਂ ਨੀਡ ਬੇਸਡ ਫੰਡ ਰੇਜ਼ਰ ਹੈ ਕੋਈ, ਉਹਦੇ ਵਿੱਚ ਕੋਈ ਲੋਕੀ ਸਾਡੇ ਬਲਕਿ ਮੈਂਬਰਸ ਜ਼ਿਆਦਾ ਹਿੱਸਾ ਪਾਉਂਦੇ ਆ। ਮੈਂ ਲੀਡਰ ਨੂੰ ਛੱਡੋ ਜੀ, ਅਸੀਂ ਤਾਂ ਮੈਂਬਰਸ ਦੇ ਸ਼ੁਕਰਗੁਜ਼ਾਰ ਹਾਂ, ਥੈਂਕਫੁਲ ਹਾਂ ਉਹਨਾਂ ਦੇ ਕਿ ਜਦ ਵੀ ਅਸੀਂ ਕੋਈ ਫੰਡ ਰੇਜ਼ਰ ਆਪਣੇ ਪੇਜ 'ਤੇ ਪਾਇਆ ਹੈ, ਰਜੇਸ਼ ਜੀ ਸੱਚ ਮੰਨਿਓ, ਚਾਹੇ ਉਹ ਲੱਖ ਹੈ ਚਾਹੇ ਉਹ 5 ਲੱਖ ਹੈ, ਸਾਨੂੰ ਸਿਰਫ 5 ਮਿੰਟ ਲੱਗਦੇ ਆ ਇੰਨੇ ਪੈਸੇ ਇਕੱਠੇ ਕਰਨ 'ਤੇ। ਔਰ ਇਹ ਭਰੋਸਾ ਅਸੀਂ ਲੋਕਾਂ ਦਾ ਕੰਮ ਕਰਕੇ ਤੇ ਵਿਸ਼ਵਾਸ ਅਸੀਂ ਜਿੱਤਿਆ ਲੋਕਾਂ ਦਾ। ਜਿੰਨੇ ਮਰਜ਼ੀ ਲੀਡਰ ਕਹਿਣ ਕਿ ਸਾਡੀ ਬੜੀ ਫੋਲੋਇੰਗ ਹੈ, ਇਹ ਹੈ ਉਹ, ਫੋਲੋਇੰਗ ਉਦੋਂ ਪਤਾ ਲੱਗਦੀ ਹੈ ਜਦੋਂ ਤੁਸੀਂ ਤੁਹਾਡੇ ਵਾਸਤੇ ਪਿੱਛੇ ਲੋਕ ਪੈਸੇ ਲੈ ਕੇ ਪਿੱਛੇ ਖੜੇ ਹੁੰਦੇ ਆ। ਸਾਨੂੰ ਅੱਜ ਤੱਕ ਕਿਸੇ ਵੀ ਕੰਮ ਵਾਸਤੇ 1 ਰੁਪਏ ਦੀ ਵੀ ਕਮੀ ਨਹੀਂ ਆਈ, ਕਦੀ ਵੀ। ਅਸੀਂ ਕੋਈ ਕਿਸੇ ਕੋਲੋਂ ਫੰਡਸ ਨਹੀਂ ਲੈਂਦੇ, ਕੋਈ ਗਵਰਨਮੈਂਟ ਸਾਨੂੰ ਪੇ ਨਹੀਂ ਕਰਦੀ ਔਰ ਸਾਡੇ ਵਾਸਤੇ ਨਾ ਹੀ ਅਸੀਂ ਐਕਸਪੈਕਟ ਕਰਦੇ, ਸੌਰੀ ਪੇ ਨਹੀਂ ਕਰਦੇ, ਐਕਸਪੈਕਟ ਵੀ ਨਹੀਂ ਕਰਦੇ। ਸਾਡਾ ਫੰਡ ਰੇਜ਼ ਆਪਣਾ ਪੇਜ ਜਨਰੇਟਡ ਹੁੰਦਾ ਹੈ ਔਰ ਪੋਲੀਟੀਕਲ ਪਾਰਟੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਸੀਂ ਫੰਡਿੰਗ ਕਰਾਈਏ ਕਿਸੇ। Hello Ji, I am Nupur Agarwal and I am the volunteer member of VOA. ਓਕੇ,
ਕੀ ਕਹਿਣਾ ਚਾਹੋਗੇ ਜੀ ਤੁਹਾਡਾ ਇਹ ਐਫਰਟ ਜਿਹੜਾ ਵਾ ਵਾਇਸ ਆਫ ਅੰਮ੍ਰਿਤਸਰ ਦਾ? ਤੇ ਮੈਂ ਇਹਨੂੰ ਇੱਕ ਬੜਾ ਅੱਛਾ ਐਫਰਟ ਕਹਾਂਗਾ ਜੀ। ਆਪਾਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰੀਦਾ, ਲੋਕਾਂ ਦੀ ਹੈਲਪ ਕਰੀਦੀ ਹੈ, ਆਪਣੇ ਅੰਮ੍ਰਿਤਸਰ ਲਈ ਕੰਮ ਕਰੀਦਾ, ਲੋਕਾਂ ਨੂੰ ਅਵੇਅਰ ਕਰੀਦਾ। ਕਿਸੇ ਵੀ ਨੀਡੀ ਪਰਸਨ ਨੂੰ ਕੋਈ ਜ਼ਰੂਰਤ ਹੋਵੇ, ਬਹੁਤ ਜ਼ਿਆਦਾ ਨੀਡੀ ਹੋਵੇ, ਉਹਦੀ ਹੈਲਪ ਕਰੀਦੀ ਹੈ। ਐਂਡ ਮੋਰ ਓਵਰ ਵੀ ਆਰ ਰਾਈਟ ਨਾਓ ਵੀ ਆਰ ਅਵੇਅਰਿੰਗ ਅਵਰ ਸੋਸਾਇਟੀ ਕਿ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਾਂ, ਉਹਨਾਂ ਨੂੰ ਕੈਂਡੀਡੇਟਸ ਦਾ ਵਿਜ਼ਨ ਦੱਸ ਰਹੇ ਹਾਂ ਕੀ ਵਿਜ਼ਨ ਹੈ। ਕਿਉਂਕਿ ਲੋਕੀ ਪੜ੍ਹਨ 'ਚ ਮੈਨੂੰ ਲੱਗਦਾ ਕਿ ਜਿਹੜੇ ਚੋਣ ਮੈਨੀਫੈਸਟੋ ਹੈ ਕਈ ਪੜ੍ਹਦੇ ਆ ਕਈ ਨਹੀਂ ਪੜ੍ਹਦੇ, ਲੇਕਿਨ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਮੀਡੀਆ ਹੈ ਜਿਹਨੂੰ ਹਰ ਕੋਈ ਦੇਖਦਾ ਫ੍ਰੀ ਟਾਈਮ ਤੇ ਵੀਡੀਓਜ਼ ਵਗੈਰਾ ਦੇਖਦਾ। ਸੋ ਵੀ ਆਈ ਬਿਲੀਵ ਕਿ ਵੀ ਗਿਵ ਮੋਰ ਕਲੀਅਰੈਂਸ ਟੂ ਦਾ ਪੀਪਲਸ।